ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 28ਵੇਂ ਵਿੱਚ ਅੱਜ ਆਪਾਂ ਇਹ ਦੀਆਂ ਦੇ ਚੱਲਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸਾਧ ਸੰਗਤ ਜੀ, ਪਿਛਲੇ ਪ੍ਰਸੰਗ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਕਸ਼ਮੀਰੀ ਪੰਡਤ ਤੁਰਕਾਂ ਦੇ ਡਰ ਤੋਂ ਭੱਜ ਕੇ ਅਮਰਨਾਥ ਪਹੁੰਚ ਗਏ ਅਤੇ ਉੱਥੇ ਸ਼ਿਵ ਜੀ ਦੇ ਅੱਗੇ ਜਾ ਕੇ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦੇ ਸਨ ਕਿ ਅਸੀਂ ਤੁਰਕ ਨਹੀਂ ਬਣਾਂਗੇ, ਇਸ ਨਾਲੋਂ ਮਰਨਾ ਹੀ ਚੰਗਾ ਹੈ। ਜੇ ਮਰਨਾ ਹੀ ਹੈ ਤਾਂ ਸ਼ਿਵ ਜੀ ਦੇ ਦੁਆਰ ਜਾ ਕੇ ਮਰਾਂਗੇ। ਸ਼ਿਵ ਜੀ ਉਹਨਾਂ ਦੀ ਭਗਤੀ 'ਤੇ ਪ੍ਰਸੰਨ ਹੋ ਗਏ। ਉਹਨਾਂ ਦੀਆਂ ਅਰਜ਼ੋਈਆਂ ਸੁਣ ਕੇ ਸ਼ਿਵ ਜੀ ਨੇ ਉਹਨਾਂ ਨੂੰ ਇੱਕ ਪੱਤਰ ਭੇਜਿਆ, ਜਿਸ ਪੱਤਰ ਉੱਤੇ ਲਿਖਿਆ ਸੀ ਕਿ ਤੁਹਾਡੀ ਬਾਂਹ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 9ਵੇਂ ਅਵਤਾਰ ਫੜਨਗੇ, ਉਹੀ ਤੁਹਾਡੇ ਧਰਮ ਨੂੰ ਬਚਾਉਣਗੇ। ਸ਼ਿਵ ਜੀ ਤੋਂ ਇਸ ਪ੍ਰਕਾਰ ਸੁਣ ਕੇ ਉਹਨਾਂ ਨੇ ਸਲਾਹ ਬਣਾਈ ਕਿ ਗੁਰੂ ਜੀ ਦੇ ਪਾਸ ਚੱਲੀਏ ਅਤੇ ਆਪਣੇ ਧਰਮ ਨੂੰ ਬਚਾਈਏ। ਪਹਿਲਾਂ ਪੰਜਾਬ ਦੇਸ਼ ਨੂੰ ਚੱਲੀਏ, ਪੁੱਛ ਕੇ ਸਤਿਗੁਰੂ ਜੀ ਦੀ ਖੋਜ ਕਰਕੇ ਮਿਲੀਏ। ਇਸ ਤਰ੍ਹਾਂ ਸਲਾਹ ਕਰਕੇ ਜੋ ਨਗਰ ਦੇ ਮੁਖੀ ਬ੍ਰਾਹਮਣ ਸਨ, ਗੁਰੂ ਜੀ ਨੂੰ ਮਿਲਣ ਵਾਸਤੇ ਰਾਹੇ ਰਾਹਾ ਚੱਲ ਪਏ। ਇਸ ਤਰ੍ਹਾਂ ਚੱਲਦੇ ਚੱਲਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਉੱਥੋਂ ਸਤਿਗੁਰੂ ਜੀ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਜਦ ਸਾਰੇ ਬ੍ਰਾਹਮਣਾਂ ਨੇ ਗੁਰੂ ਜੀ ਦਾ ਜਸ ਸੁਣਿਆ ਤਾਂ ਉਹਨਾਂ ਦਾ ਬਹੁਤ ਆਨੰਦ ਵਧਿਆ ਅਤੇ ਉਹ ਕਹਿਣ ਲੱਗੇ, ਹਿੰਦੂਆਂ ਦੀ ਵੱਡੀ ਪੈਜ ਰੱਖਣਗੇ। ਸਾਰੇ ਸ਼੍ਰੀ ਅਨੰਦਪੁਰ ਸਾਹਿਬ ਦੀ ਰਾਹ ਪੈ ਗਏ। ਚਿੱਤ ਵਿੱਚ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਇਸ ਤਰ੍ਹਾਂ ਚੱਲਦੇ ਚੱਲਦੇ ਸ਼੍ਰੀ ਅਨੰਦਪੁਰ ਸਾਹਿਬ ਆ ਪਹੁੰਚੇ। 6 ਕਰਮਾਂ ਦੇ ਕਰਨ ਵਾਲੇ ਬ੍ਰਾਹਮਣ ਆਪਣੇ ਧਰਮ ਨੂੰ ਚਾਹੁੰਦੇ ਸਨ ਅਤੇ ਚੰਦਨ ਘਸਾ ਕੇ ਮੱਥਿਆਂ 'ਤੇ ਤਿਲਕ ਲਾਉਂਦੇ ਸਨ। ਅਨੇਕ ਪ੍ਰਕਾਰ ਦੇ ਉਪਹਾਰ ਲੈ ਕੇ ਫਿਰ ਸਤਿਗੁਰੂ ਜੀ ਦੇ ਦਰਬਾਰ ਪਹੁੰਚ ਗਏ। ਅਰਦਾਸੀਆ ਵੇਖ ਕੇ ਅੰਦਰ ਗਿਆ ਅਤੇ ਹੱਥ ਜੋੜ ਕੇ ਬੋਲਿਆ, ਪ੍ਰਭੂ ਜੀ, ਕਸ਼ਮੀਰ ਦੇਸ਼ ਵਿੱਚੋਂ ਪੰਡਤ ਆਏ ਹਨ। ਉੱਥੋਂ ਦੇ ਬ੍ਰਾਹਮਣ ਵੱਡੀ ਗਿਣਤੀ ਵਿੱਚ ਦਰਵਾਜ਼ੇ 'ਤੇ ਖੜ੍ਹੇ ਹਨ। ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਸਾਰੇ ਪੰਡਤ ਬਹੁਤ ਬੁੱਧੀਵਾਨ ਹਨ। ਇਹ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੱਸ ਪਏ। ਆਉਣ ਦਿਓ, ਮਹਾਨ ਦੁੱਖ ਵਿੱਚ ਫਸੇ ਹਨ। ਸ਼ਿਵ ਜੀ ਦਾ ਸੰਦੇਸ਼ਾ ਸਾਡੇ ਵਾਸਤੇ ਲਿਆਏ ਹਨ, ਜਿਸ ਤਰ੍ਹਾਂ ਜਗਤ ਵਿੱਚ ਉਹ ਵਿਸ਼ੇਸ਼ ਸੁੱਖ ਪਾਉਣ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕਮਲੀਆ ਨਾਮਕ ਇੱਕ ਸੇਵਕ ਸੀ। ਉਹ ਘਾਹ ਲੈਣ ਵਾਸਤੇ ਗਿਆ ਸੀ। ਉਸ ਨੂੰ ਆਪਣੇ ਹੱਥਾਂ ਨਾਲ ਸ਼ਿਵ ਜੀ ਨੇ ਭਸਮ ਭੇਜ ਦਿੱਤੀ। ਉਸ ਤਰ੍ਹਾਂ ਸਾਡੇ ਪਾਸ ਚਿੱਠੀ ਆਈ ਹੈ। ਪਾਸ ਜਿੰਨੇ ਵੀ ਸੇਵਕ ਅਤੇ ਮਸੰਦ ਸਨ, ਉਹ ਗੁਰੂ ਜੀ ਪਾਸੋਂ ਸੁਣ ਕੇ ਬਹੁਤ ਹੈਰਾਨ ਹੋਏ। ਜਿਨ੍ਹਾਂ ਦੇ ਬਚਨਾਂ ਵਿੱਚ ਗੰਭੀਰ ਆਸ਼ੇ ਸਨ, ਉਹ ਹਿਰਦੇ ਵਿੱਚ ਵਿਚਾਰ ਕੇ ਪਾਸ ਬੈਠ ਗਏ। ਅਰਦਾਸੀਆ ਜਾ ਕੇ ਸਾਰੇ ਪੰਡਤਾਂ ਨੂੰ ਬੁਲਾ ਲਿਆਇਆ। ਸਾਰਿਆਂ ਨੇ ਆ ਕੇ ਆਪਣੇ ਸੀਸ ਨਿਵਾਏ। ਆ ਕੇ ਕਈ ਉਪਹਾਰ ਦੁਸ਼ਾਲੇ ਆਦਿ ਅਰਪਣ ਕੀਤੇ, ਜਿਨ੍ਹਾਂ ਵਿੱਚ ਕਈ ਪ੍ਰਕਾਰ ਦੇ ਫਲ ਵੀ ਸ਼ਾਮਲ ਸਨ। ਦਰਸ਼ਨ ਕਰਕੇ ਸਾਰੇ ਬਹੁਤ ਪ੍ਰਸੰਨ ਹੋਏ। ਅਸੀਸ ਦੇ ਕੇ ਕਿ ਉਮਰ ਦਰਾਜ਼ ਹੋਵੋ ਬੈਠ ਗਏ। ਗੁਰੂ ਜੀ ਨੇ ਉਹਨਾਂ ਨੂੰ ਸੁੱਖ ਸ਼ਾਂਤ ਪੁੱਛ ਕੇ ਫਿਰ ਇਸ ਤਰ੍ਹਾਂ ਬਚਨ ਕਹੇ, ਆਪਣੇ ਦੇਸ਼ ਬਾਰੇ ਗੱਲਬਾਤ ਦੱਸੋ। ਉੱਥੇ ਕਿਸ ਪ੍ਰਕਾਰ ਦਾ ਬਿਰਤਾਂਤ ਹੈ? ਤੁਸੀਂ ਇਸ ਸਮੇਂ ਦੇ ਵੱਡੇ ਵਿਦਵਾਨ ਹੋ, ਹੋਰ ਸੰਗਤ ਦੇ ਨਾਲ ਨਹੀਂ ਆਏ ਹੋ। ਸਭ ਜਾਤੀਆਂ ਦੇ ਸਾਡੇ ਸਿੱਖ ਹਨ, ਸਾਰੇ ਮਿਲ ਕੇ ਨਹੀਂ ਆਏ ਹੋ। ਉਸ ਤਰ੍ਹਾਂ ਦੀ ਵਿਧੀ ਨਹੀਂ ਵੇਖੀ ਹੈ, ਭਾਵ ਸਾਡੀ ਸੰਗਤ ਇਕੱਠੀ ਹੋ ਕੇ ਨਹੀਂ ਆਈ ਹੈ। ਦਰਸ਼ਨ ਵਾਸਤੇ ਆਏ ਹੋ ਜਾਂ ਕੋਈ ਹੋਰ ਕਾਰਜ ਹੈ? ਆਪਣਾ ਸਥਾਨ ਛੱਡ ਕੇ ਸਾਰੇ ਮਿਲ ਕੇ ਆਏ ਹੋ। ਇਹ ਸੁਣ ਕੇ ਬ੍ਰਾਹਮਣਾਂ ਨੇ ਹੱਥ ਜੋੜ ਕੇ ਕਿਹਾ, ਜਿਵੇਂ ਹੱਥ ਉੱਤੇ ਰੱਖੇ ਔਲੇ ਦੇ ਗਿਆਨ ਵਿੱਚ ਕੋਈ ਸ਼ੰਕਾ ਨਹੀਂ ਹੁੰਦਾ, ਉਸ ਤਰ੍ਹਾਂ ਤੁਸੀਂ ਸਾਰੀ ਕਾਇਨਾਤ ਬਾਰੇ ਜਾਣਦੇ ਹੋ। ਤਿੰਨਾਂ ਲੋਕਾਂ ਦਾ ਸਾਰਾ ਬਿਰਤਾਂਤ ਸ਼੍ਰੀ ਗੁਰੂ ਭਗਵੰਤ ਜੀ ਨੂੰ ਗਿਆਤ ਹੈ। ਫਿਰ ਵੀ ਤੁਸੀਂ ਪੁੱਛਣ ਵਾਸਤੇ ਹੁਕਮ ਕੀਤਾ ਹੈ। ਉਹ ਪ੍ਰਸੰਗ ਅਸੀਂ ਦੱਸਦੇ ਹਾਂ, ਜਿਵੇਂ ਸਾਡੇ ਦੇਸ਼ ਵਿੱਚ ਹੋਇਆ ਹੈ। ਤੁਰਕਾਂ ਦੇ ਰਾਜ ਨੂੰ ਬੜਾ ਲੰਮਾ ਸਮਾਂ ਹੋ ਗਿਆ ਹੈ। ਪ੍ਰਜਾ ਨੂੰ ਦੁਖੀ ਕਰਕੇ ਸਾਰਾ ਧਨ ਖੋਹ ਕੇ ਲੈ ਜਾਂਦੇ ਹਨ। ਹੁਣ ਵੱਡੀ ਦੁਸ਼ਟਤਾ ਦਾ ਬੀੜਾ ਚੁੱਕਿਆ ਹੈ। ਚਾਹੁੰਦਾ ਹੈ ਕਿ ਸਾਰੇ ਹਿੰਦੂ ਤੁਰਕ ਬਣ ਜਾਣ। ਪਹਾੜੀ ਦੇਸ਼ ਦੇ ਜਿੰਨੇ ਵੀ ਹਿੰਦੂ ਹਨ, ਉਹਨਾਂ ਦਾ ਧਰਮ ਵਿਗਾੜ ਕੇ ਤੁਰਕ ਬਣਾਉਣਾ ਚਾਹੁੰਦਾ ਹੈ। ਇੱਕ ਦਿਨ ਵਿੱਚ ਇੰਨੇ ਜਨੇਊ ਉਤਾਰਦਾ ਹੈ ਕਿ ਤੋਲਣ ਨਾਲ
ਉਸ ਦਾ ਸਾਰਾ ਭਾਰ 1.25 ਮਣ ਹੋ ਜਾਂਦਾ ਹੈ। ਫਿਰ ਨਗਰ ਵਿੱਚ ਸਾਡੇ ਉੱਤੇ ਬਹੁਤ ਸ਼ਕਤੀ ਵਰਤੀ ਹੈ ਅਤੇ ਸਾਰਿਆਂ ਨੂੰ ਕਿਹਾ ਹੈ ਕਿ ਆਪਣਾ ਮਜ਼ਹਬ ਛੱਡ ਕੇ ਸਾਰੇ ਤੁਰਕ ਬਣ ਜਾਓ। ਅਸੀਂ 6 ਮਹੀਨੇ ਦਾ ਇਕਰਾਰ ਕੀਤਾ ਹੈ। ਹੁਣ ਜਾ ਕੇ ਸ਼ਿਵ ਜੀ ਦੀ ਸ਼ਰਨ ਲਈ ਸੀ। 8 ਦਿਨ ਉੱਥੇ ਬੈਠੇ ਰਹੇ ਅਤੇ ਕਿਸੇ ਨੇ ਵੀ ਕੁਝ ਵੀ ਖਾਧਾ ਪੀਤਾ ਨਹੀਂ। ਸਵੇਰੇ ਇੱਕ ਚਿੱਠੀ ਉਸ ਪਾਸੋਂ ਪਾਈ ਹੈ, ਮਹਾਦੇਵ ਨੇ ਤੁਹਾਡੇ ਪਾਸ ਭੇਜੀ ਹੈ। ਇਸ ਤਰ੍ਹਾਂ ਕਹਿ ਕੇ ਚਿੱਠੀ ਗੁਰੂ ਜੀ ਦੇ ਅੱਗੇ ਧਰ ਦਿੱਤੀ। ਇਸ ਨੂੰ ਤੁਸੀਂ ਪੜ੍ਹੋ, ਇਸ ਵਿੱਚ ਆਪ ਜੀ ਦੀ ਮਹਿਮਾ ਕੀਤੀ ਹੈ। ਔਰੰਗਜ਼ੇਬ ਹਿੰਦੂ ਧਰਮ ਦੇ ਬ੍ਰਿਛ ਨੂੰ ਦੇਖ ਕੇ ਬਹੁਤ ਮਸਤ ਹੋਇਆ ਹੈ। ਇਸ ਬ੍ਰਿਛ ਨੂੰ ਤੋੜਨ ਵਾਸਤੇ ਮੁੱਢ ਤੋਂ ਹੀ ਪੁੱਟਣਾ ਚਾਹੁੰਦਾ ਹੈ। ਆਪ ਜੀ ਵਰਗੇ ਬਲਵਾਨ ਸ਼ੇਰ ਦੇ ਹੁੰਦਿਆਂ ਉਹ ਇਹ ਕਾਰਾ ਕਰਨਾ ਚਾਹੁੰਦਾ ਹੈ। ਹੁਣ ਅਸੀਂ ਆ ਕੇ ਆਪ ਜੀ ਦੇ ਸ਼ਰਨ ਪਏ ਹਾਂ। ਸ਼ਿਵ ਜੀ ਦੇ ਕਹਿਣ 'ਤੇ ਸਾਡੀ ਰਖਵਾਲੀ ਕਰੋ। ਆਪ ਜੀ ਤੋਂ ਬਗੈਰ ਹੋਰ ਕੋਈ ਸਮਰੱਥ ਬਲਵਾਨ ਨਹੀਂ ਹੈ ਜਿਹੜਾ ਸਾਡੀ ਰਖਵਾਲੀ ਕਰ ਸਕੇ। ਹੇ ਮਾਲਕ ਜੀ, ਇੱਕ ਆਪ ਜੀ ਦਾ ਹੀ ਆਸਰਾ ਹੈ। ਸਾਡੀ ਬਾਂਹ ਫੜੋ, ਨਹੀਂ ਤਾਂ ਸਾਰੇ ਡੁੱਬ ਜਾਵਾਂਗੇ। ਆਪਣੀ ਕਿਰਪਾ ਦੀ ਸ੍ਰੇਸ਼ਟ ਬੇੜੀ ਉੱਪਰ ਚੜਾਓ। ਮਲਾਹ ਬਣ ਕੇ ਇਸ ਬੇੜੀ ਨੂੰ ਪਾਰ ਕਰੋ। ਹੁਣ ਆਪ ਜੀ ਦਾ ਅਵਤਾਰ ਹੋਇਆ ਹੈ। ਜਗਤ ਵਿੱਚ ਤੁਹਾਡਾ ਮਹਾਪ੍ਰਤਾਪ ਜਾਣਿਆ ਜਾਂਦਾ ਹੈ। ਹੁਣ ਹਿੰਦੂਆਂ ਦਾ ਆਸਰਾ ਬਣੋ, ਨਹੀਂ ਤਾਂ ਜਗਤ ਵਿੱਚ ਇੱਕ ਵੀ ਹਿੰਦੂ ਨਹੀਂ ਰਹੇਗਾ। ਜਦ ਸਾਰਿਆਂ ਦਾ ਧਰਮ ਭ੍ਰਿਸ਼ਟ ਹੋ ਜਾਏਗਾ, ਇਹ ਦੇਵਤਿਆਂ ਆਦਿ ਦੀ ਕੋਈ ਵੀ ਪੂਜਾ ਨਹੀਂ ਕਰੇਗਾ। ਹੋਮ ਯੱਗ ਸਾਰੇ ਖਤਮ ਹੋ ਜਾਣਗੇ। ਫਿਰ ਦੇਵਤੇ ਕਿਵੇਂ ਸਥਿਰਤਾ ਪਾਉਣਗੇ? ਸਾਰੇ ਮਹਾਨ ਕਾਲ ਪੈ ਜਾਏਗਾ। ਉਸ ਸਮੇਂ ਜਗਤ ਵੀ ਖਤਮ ਹੋ ਜਾਏਗਾ। ਇਸ ਕਰਕੇ ਹੁਣ ਤੁਸੀਂ ਸਹਾਇਕ ਬਣੋ, ਹਿੰਦੂ ਧਰਮ ਨੂੰ ਬਚਾ ਲਓ। ਦੇਵਤਿਆਂ ਆਦਿ ਦੀ ਰੱਖਿਆ ਹੋਵੇਗੀ, ਜਿਵੇਂ ਵੀ ਜਗਤ ਦੀ ਮਰਿਆਦਾ ਕਾਇਮ ਰਹੇ। ਇਸ ਪ੍ਰਕਾਰ ਬਹੁਤ ਜੁਗਤੀਆਂ ਦੇ ਨਾਲ ਬ੍ਰਾਹਮਣਾਂ ਨੇ ਆਪਣੀ ਗਾਥਾ ਸੁਣਾਈ। ਬਹੁਤ ਦੁਖੀ ਹੋ ਕੇ ਉਹ ਸ਼ਰਨੀ ਪੈ ਗਏ। ਬਾਰ-ਬਾਰ ਬਹੁਤ ਉਸਤਤ ਕਰਦੇ ਸਨ। ਬ੍ਰਾਹਮਣਾਂ ਪਾਸੋਂ ਸੁਣ ਕੇ ਸਤਿਗੁਰੂ ਜੀ ਉਪਾਅ ਬਾਰੇ ਸੋਚ ਰਹੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਹਾਨ ਵਰ ਦਿੱਤਾ ਸੀ, ਜਿਸ ਕਰਕੇ ਤੁਰਕਾਂ ਨੇ ਵੱਡਾ ਰਾਜ ਪਾਇਆ ਹੈ। ਇਸ ਰਾਜ ਨੂੰ ਹੁਣ ਕਿਵੇਂ ਮਿਟਾਇਆ ਜਾਵੇ, ਉਸ ਤਰ੍ਹਾਂ ਹੀ ਅਨੇਕਾਂ ਯਤਨ ਚਿੱਤ ਵਿੱਚ ਸੋਚ ਰਹੇ ਸਨ। ਕਾਫੀ ਦੇਰ ਤੱਕ ਗੁਰੂ ਜੀ ਚੁੱਪ ਰਹੇ। ਸ਼੍ਰੀ ਗੁਰੂ ਜੀ ਦਾ ਮੁਖ ਵੇਖ ਕੇ ਸਭਾ ਵਿੱਚੋਂ ਕਿਸੇ ਨੇ ਕੋਈ ਸ਼ਬਦ ਨਾ ਕਿਹਾ। ਹੱਥ ਵਿੱਚ ਫੜੀ ਚਿੱਠੀ ਨੂੰ ਵੇਖਿਆ। ਸ਼ਿਵ ਜੀ ਦੀ ਲਿਖਤ ਵੇਖਣ ਵਾਸਤੇ ਚਿੱਤ ਚਾਹਿਆ। ਸਾਰੀ ਚਿੱਠੀ ਪੜ੍ਹ ਕੇ ਮੌਨ ਧਾਰਨ ਕਰ ਲਈ। ਵੇਖਦੇ ਰਹੇ, ਕੋਈ ਵੀ ਨਾ ਬੋਲਿਆ। 4 ਘੜੀਆਂ ਤੱਕ ਚੁੱਪ ਰਹੇ। ਹਿਰਦੇ ਵਿੱਚ ਕੋਈ ਵੀ ਉਪਾਅ ਨਹੀਂ ਪਾਉਂਦੇ ਸਨ। ਆਪਣਾ ਸਿਰ ਦੇ ਕੇ ਇਸ ਬਾਦਸ਼ਾਹਤ ਨੂੰ ਨਾਸ਼ ਕਰ ਦਈਏ, ਬਖਸ਼ਿਆ ਹੋਇਆ ਰਾਜ ਇਸ ਤਰ੍ਹਾਂ ਦੂਰ ਕਰ ਦਈਏ। ਹੋਰ ਕੋਈ ਉਪਾਅ ਨਹੀਂ ਬਣਦਾ ਹੈ। ਅਸੀਂ ਭਲੀ ਪ੍ਰਕਾਰ ਵਿਚਾਰਿਆ ਹੈ। ਹਿਰਦੇ ਵਿੱਚ ਜਦ ਪੂਰਨ ਨਿਸ਼ਚਾ ਕਰ ਲਿਆ, ਸਾਰੇ ਬ੍ਰਾਹਮਣਾਂ ਨੂੰ ਫਿਰ ਗੁਰੂ ਜੀ ਨੇ ਕਿਹਾ, ਹੇ ਸਾਰੇ ਪੰਡਤੋ, ਤੁਸੀਂ ਸਾਰੇ ਇਕੱਠੇ ਹੋਵੋ। ਜਿੱਥੇ ਵੀ ਸ਼ੁਭ ਬ੍ਰਾਹਮਣ ਵੇਖਦੇ ਹੋ, ਸਭ ਨੂੰ ਇਕੱਠੇ ਕਰੋ। ਦਿੱਲੀ ਨਗਰ ਨੂੰ ਸਾਰੇ ਜਾਓ। ਉੱਥੇ ਜਾ ਕੇ ਆਪਣੀ ਸਾਰੀ ਵਿਥਿਆ ਬਾਦਸ਼ਾਹ ਨੂੰ ਕਹੋ। ਸਾਰੇ ਖੱਤਰੀ ਜਜਮਾਨ ਹਨ, ਉਹਨਾਂ ਪਾਸੋਂ ਅਸੀਂ ਖਾਂਦੇ ਪੀਂਦੇ ਹਾਂ। ਅਸੀਂ ਸਦਾ ਉਹਨਾਂ ਦੇ ਆਸਰੇ ਰਹਿੰਦੇ ਹਾਂ ਅਤੇ ਅਨੇਕ ਵਿਧੀਆਂ ਨਾਲ ਉਹਨਾਂ ਪਾਸੋਂ ਦਾਨ ਲੈਂਦੇ ਹਾਂ। ਉਹਨਾਂ ਵਿੱਚ ਸਾਡਾ ਨਾਮ ਲਵੋ। ਸਾਰੇ ਇਹ ਕਹੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬੁਲਾਓ। ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦ ਸੁਣ ਕੇ ਜਿਸ ਰਾਹ ਚੱਲਣਗੇ, ਸਾਰੇ ਹਿੰਦੂ ਜਗਤ ਦੇ ਲੋਕ ਉਹਨਾਂ ਦੇ ਪਿੱਛੇ ਹੋ ਕੇ ਚੱਲਣਗੇ। ਤੁਸੀਂ ਸਾਰਿਆਂ ਦੇ ਨਾਲ ਇਸ ਤਰ੍ਹਾਂ ਕਿਉਂ ਕਹਿੰਦੇ ਹੋ? ਇੱਕ ਜਿਹੜਾ ਸਭ ਦਾ ਮੂਲ ਹੈ, ਉਸ ਪਾਸੋਂ ਉਸ ਦੀ ਇੱਛਾ ਪੁੱਛ ਲਵੋ। ਇਸ ਤਰ੍ਹਾਂ ਸੁਣ ਕੇ ਬਾਦਸ਼ਾਹ ਸਾਨੂੰ ਬੁਲਾਵੇਗਾ, ਤਦ ਸਾਰੇ ਹਿੰਦੂ ਧਰਮ ਨੂੰ ਬਚਾ ਲਵਾਂਗੇ। ਜਿਵੇਂ ਜਿਵੇਂ ਤੁਹਾਡੀ ਰੱਖਿਆ ਕਰਾਂਗੇ। ਜਿਹੜੀ ਗੱਲ ਸ਼ਿਵ ਜੀ ਨੇ ਉਚਾਰਨ ਕੀਤੀ ਹੈ, ਉਹ ਅਸੀਂ ਦਿਲ ਵਿੱਚ ਧਾਰਨ ਕਰ ਲਈ ਹੈ। ਇਸ ਤਰ੍ਹਾਂ ਦਾ ਉਪਾਅ ਸੁਣ ਕੇ ਸਾਰੇ ਬ੍ਰਾਹਮਣਾਂ ਨੇ ਧੰਨ ਧੰਨ ਕਹਿ ਕੇ ਸਿਰ ਨਿਵਾਇਆ। ਗੁਰੂ ਜੀ ਦੇ ਕਹੇ ਨੂੰ ਸਾਰਿਆਂ ਨੇ ਆਪਣੇ ਮਨ ਵਿੱਚ ਮੰਨ ਲਿਆ। ਸਾਡਾ ਧਰਮ ਰਹਿ ਜਾਏਗਾ, ਅਸੀਂ ਨਿਸ਼ਚਾ ਕਰਕੇ ਜਾਣ ਲਿਆ ਹੈ। 1 ਪਹਿਰ ਤੱਕ ਦਰਸ਼ਨ ਕੀਤੇ। ਫਿਰ ਚਤੁਰ ਬ੍ਰਾਹਮਣ ਉੱਠ ਕੇ ਬਾਹਰ ਆ ਗਏ। 1-2 ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਠਹਿਰੇ ਅਤੇ ਗੁਰੂ ਜੀ ਦੇ ਦਰਸ਼ਨ ਕਰ ਹਿਰਦੇ ਵਿੱਚ ਪ੍ਰਸੰਨ ਹੋਏ। ਫਿਰ ਗੁਰੂ ਜੀ ਦੀ ਆਗਿਆ ਪਾ ਕੇ ਉਸ ਸਮੇਂ ਚੱਲਣ ਵਾਸਤੇ ਤਿਆਰ ਹੋ ਗਏ। ਇਸ ਤਰ੍ਹਾਂ ਸਾਰੇ ਬ੍ਰਾਹਮਣ ਚੱਲ ਕੇ ਦਿੱਲੀ ਪਹੁੰਚ ਗਏ, ਜਿਸ ਨਗਰ ਵਿੱਚ ਤੁਰਕਾਂ ਦਾ ਬਾਦਸ਼ਾਹ ਰਹਿੰਦਾ ਸੀ। ਸਾਰੇ ਇਕੱਠੇ ਹੋ ਕੇ ਤੁਰਕ ਬਾਦਸ਼ਾਹ ਦੇ ਕਿਲੇ ਅੱਗੇ ਖੜ੍ਹੇ ਹੋ ਗਏ ਅਤੇ ਉਹਨਾਂ ਦੇ ਪੁੱਛਣ ਉੱਤੇ ਸਾਰੀ ਵਿਥਿਆ ਸੁਣਾਈ। ਬਹੁਤ ਸ਼ਹਿਰਾਂ ਦੇ ਬ੍ਰਾਹਮਣ
ਅਸੀਂ ਇਕੱਠੇ ਹੋਏ ਹਾਂ, ਬਹੁਤ ਦੁੱਖ ਪਾ ਕੇ ਬਾਦਸ਼ਾਹ ਪਾਸ ਪੁਕਾਰ ਕਰਨ ਆਏ ਹਾਂ। ਬਾਦਸ਼ਾਹ ਜਦ ਸਾਡਾ ਵਰਤਾਂਤ ਸੁਣੇਗਾ ਤਦ ਹੀ ਨਿਸ਼ਚਾ ਕਰਕੇ ਸਲਾਹ ਕਰਨੀ ਬਣੇਗੀ। ਇਸ ਤਰ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਬਾਦਸ਼ਾਹ ਔਰੰਗਜ਼ੇਬ ਪਾਸ ਆਪਣੀ ਸਾਰੀ ਵਿਥਿਆ ਸੁਣਾਈ। ਉੱਥੇ ਬਹੁਤ ਕਾਜ਼ੀ ਅਤੇ ਮੁਲਾਣੇ ਬੈਠੇ ਹੋਏ ਸਨ ਤੇ ਸਾਰੇ ਮਹਾਂ ਹੰਕਾਰੀ ਉਮਰਾਵ ਵੀ ਬੈਠ ਰਹੇ ਸਨ। ਬ੍ਰਾਹਮਣਾਂ ਨੇ ਝੁਕ ਝੁਕ ਕੇ ਸਲਾਮਾਂ ਕੀਤੀਆਂ। ਫਿਰ ਸਾਰੇ ਹੱਥ ਜੋੜ ਕੇ ਖੜੇ ਹੋ ਗਏ ਤੇ ਧੀਰਜ ਧਾਰ ਕੇ ਬੇਨਤੀ ਕਰਨ ਲੱਗੇ, ਲਾਚਾਰ ਹੋ ਕੇ ਤੁਹਾਡੇ ਪਾਸ ਪੁਕਾਰ ਕਰਦੇ ਹਾਂ। ਤੁਸੀਂ ਸਾਡੇ ਧਰਮ ਦਾ ਨਾਸ਼ ਕਰਨ ਲੱਗੇ ਹੋ ਤੇ ਹਿੰਦੂਆਂ ਨੂੰ ਸ਼ਹਿਰਾਂ ਦੇ ਵਿੱਚ ਲਿਆਉਣ ਲੱਗੇ ਹੋ। ਉਹ ਆਪ ਜੀ ਦੀ ਮਰਜ਼ੀ ਜਾਣੀ ਹੈ। ਇਸ ਪ੍ਰਕਾਰ ਅਸੀਂ ਮਿਲ ਕੇ ਮਨ ਵਿੱਚ ਮੰਨਿਆ ਹੈ। ਸਾਰੇ ਬ੍ਰਾਹਮਣ ਆਪਣੇ ਜਜਮਾਨਾਂ ਦੇ ਆਸਰੇ ਰਹਿੰਦੇ ਹਨ। ਸਾਰੇ ਜਜਮਾਨ ਜੋ ਦਾਨ ਦਿੰਦੇ ਹਨ ਉਸ ਦੇ ਆਸਰੇ ਹੀ ਸਾਡੀ ਰੋਟੀ ਰੋਜ਼ੀ ਚੱਲਦੀ ਹੈ। ਸਾਡੇ ਹਿੰਦੂ ਜਜਮਾਨ ਬਹੁਤ ਹਨ, ਪਰ ਸਾਰਿਆਂ ਤੋਂ ਵੱਡੇ ਜਜਮਾਨ ਖੱਤਰੀ ਹਨ। ਤੁਹਾਡੇ ਤੋਂ ਪਹਿਲਾਂ ਖੱਤਰੀਆਂ ਦਾ ਰਾਜ ਸੀ। ਉਹ ਸਾਨੂੰ ਬਹੁਤ ਧਨ ਦੇ ਕੇ ਰਾਜ ਕਰਦੇ ਸਨ। ਉਹ ਹੁਣ ਹੋਰ ਕਿਰਤ ਕਰਨ ਲੱਗ ਪਏ ਹਨ, ਜਿਵੇਂ ਕਿਵੇਂ ਆਪਣਾ ਗੁਜ਼ਾਰਾ ਕਰਦੇ ਹਨ। ਫਿਰ ਵੀ ਸਾਰੇ ਹਿੰਦੂਆਂ ਦੇ ਵਿੱਚ ਖੱਤਰੀ ਸਭ ਤੋਂ ਵੱਡੇ ਹਨ ਤੇ ਹੋਰ ਉਹਨਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਹੈ। ਉਹਨਾਂ ਦੀ ਉੱਤਮ ਜਾਤੀ ਹੈ ਤੇ ਭਲੇ ਉਹਨਾਂ ਦੇ ਕਰਮਕਾਂਡ ਹਨ। ਉਹ ਸਹਿ ਸੁਭਾਅ ਹੀ ਬਹੁਤ ਚੰਗੇ ਜਾਣੇ ਜਾਂਦੇ ਹਨ। ਉਹਨਾਂ ਸਾਰੇ ਖੱਤਰੀਆਂ ਵਿੱਚ ਇੱਕ ਆਸਰੇ ਸਮਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਭ ਤੋਂ ਵੱਡੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਗੱਦੀ ਹੈ, ਜਿਨ੍ਹਾਂ ਨੇ ਸਿੱਖੀ ਸਥਿਰ ਤੌਰ 'ਤੇ ਸਥਾਪਿਤ ਕੀਤੀ ਹੈ। ਜਗਤ ਦੇ ਪੂਜਨੀਕ ਚਾਰੇ ਪਾਸੇ ਪ੍ਰਗਟ ਹਨ। ਸਾਰੇ ਲੋਕ ਦੋਵੇਂ ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਦੇ ਹਨ। ਜਿਹੜਾ ਵੀ ਕਾਰਜ ਉਹ ਕਰਦੇ ਅਤੇ ਕਹਿੰਦੇ ਹਨ, ਉਹ ਸਾਰਿਆਂ ਵਾਸਤੇ ਅੰਗੀਕਾਰ ਹੁੰਦਾ ਹੈ। ਇਸ ਕਰਕੇ ਜਗਤ ਗੁਰੂ ਦੀ ਭਾਰੀ ਪਦਵੀ ਹੈ, ਜਿਸ ਕਰਕੇ ਸਭ ਹਿੰਦੂ ਉਹਨਾਂ ਦੀ ਆਗਿਆ ਅਨੁਸਾਰ ਹਨ। ਉਹ ਸਾਰਿਆਂ ਵਿੱਚ ਵੱਡੇ ਅਤੇ ਮਹਾਨ ਹਨ। ਜੋ ਵੀ ਵਚਨ ਕਰਦੇ ਹਨ, ਸਾਰੇ ਉਸ ਸ੍ਰੇਸ਼ਟ ਧਰਮ ਨੂੰ ਧਾਰਨ ਕਰਦੇ ਹਨ। ਇਸ ਕਰਕੇ ਸਾਰੀ ਹਿੰਦੂ ਕੌਮ ਉਹਨਾਂ ਦੇ ਪਿੱਛੇ ਹੈ। ਉਹ ਸਾਰਿਆਂ ਦੇ ਮੋਹਰੀ ਹਨ, ਸੁਆਮੀ ਹਨ ਅਤੇ ਆਸਰਾ ਰੂਪ ਹਨ। ਪਹਿਲਾਂ ਉਹਨਾਂ ਨੂੰ ਸ਼ਹਿਰਾਂ ਵਿੱਚ ਲਿਆਓ, ਆਪਣੀ ਮੱਤ ਦਾ ਉਹਨਾਂ ਨੂੰ ਈਮਾਨ ਰਖਾਵੋ। ਫਿਰ ਤੁਸੀਂ ਕਿਸੇ ਨੂੰ ਕੁਝ ਨਾ ਕਹੋ ਤੇ ਸਾਰੇ ਹਿੰਦੂਆਂ ਨੂੰ ਤੁਰਕ ਬਣੇ ਪਾਓ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇੰਜ ਵੇਖ ਕੇ ਤਦ ਸਾਰੇ ਹਿੰਦੂ ਬੜੇ ਆਦਰ ਨਾਲ ਸ਼ਹਿਰਾਂ ਨੂੰ ਮੰਨ ਲੈਣਗੇ। ਫਿਰ ਕੋਈ ਵੀ ਮੋੜ ਨਹੀਂ ਕਰੇਗਾ। ਸਾਰੇ ਹਿੰਦੂ ਆਪਣੇ ਗੁਰੂ ਜੀ ਦੇ ਮਾਰਗ 'ਤੇ ਚੱਲਣਗੇ। ਜ਼ੋਰ ਬਗੈਰ ਤੇ ਬਣਾਏ ਬਗੈਰ ਸਾਰੇ ਹਿੰਦੂ ਤੁਰਕ ਬਣ ਜਾਣਗੇ। ਜਿੱਥੇ ਇੱਕ ਪਾਸੋਂ ਸਾਰਾ ਕਾਰਜ ਹੋ ਜਾਂਦਾ ਹੈ, ਫਿਰ ਬਹੁਤਿਆਂ ਨੂੰ ਕੋਈ ਕਸ਼ਟ ਨਹੀਂ ਦਿੰਦਾ ਹੈ। ਇਸ ਲਈ ਪਹਿਲਾਂ ਉਹਨਾਂ ਨੂੰ ਕਹਿ ਕੇ ਬੁਲਾਓ ਤੇ ਆਪਣੀ ਮਰਜ਼ੀ ਦੀ ਗਰਜ਼ ਸਮਝਾਓ। ਜਿਵੇਂ ਕਿਵੇਂ ਸਾਰੇ ਵੱਲ ਛਲ ਕਰਕੇ ਪਹਿਲਾਂ ਗੁਰੂ ਜੀ ਨੂੰ ਤੁਰਕ ਬਣਾ ਲਓ। ਉਹਨਾਂ ਨੂੰ ਵੇਖ ਕੇ ਬਾਅਦ ਵਿੱਚ ਸਾਰੇ ਤੁਰਕ ਬਣ ਜਾਣਗੇ। ਅਸੀਂ ਸੱਚੀ ਗੱਲ ਉਚਾਰਨ ਕਰ ਦਿੱਤੀ ਹੈ। ਇਹ ਸੁਣ ਕੇ ਬਾਦਸ਼ਾਹ ਨੇ ਯੋਗ ਵਿਧੀ ਜਾਣ ਲਈ ਤੇ ਕਿਹਾ, ਹੇ ਬ੍ਰਾਹਮਣੋ, ਤੁਸੀਂ ਠੀਕ ਗੱਲ ਕਹੀ ਹੈ। ਇਸ ਤਰ੍ਹਾਂ ਹੀ ਹੋਵੇਗਾ ਜਿਵੇਂ ਤੁਸੀਂ ਚਿੱਤ ਵਿੱਚ ਆਇਆ ਹੈ। ਗੁਰੂ ਜੀ ਚੰਗੀ ਤਰ੍ਹਾਂ ਸ਼ਹਿਰਾਂ ਵਿੱਚ ਚਲੇ ਜਾਣਗੇ। ਫਿਰ ਸਾਰੇ ਸਿੱਖ ਸ਼ੰਕਾ ਨਹੀਂ ਕਰਨਗੇ ਤੇ ਗੁਰੂ ਜੀ ਨੂੰ ਵੇਖ ਕੇ ਤੁਰਕ ਮਜ਼ਹਬ ਧਾਰਨ ਕਰ ਲੈਣਗੇ। ਬਾਦਸ਼ਾਹ ਦਾ ਰੁਖ ਸੁਣ ਕੇ ਬਹੁਤ ਮੁਲਾਣੇ, ਕਾਜ਼ੀ ਅਤੇ ਉਮਰਾਵ ਕਹਿਣ ਲੱਗੇ, ਇਸ ਤਰ੍ਹਾਂ ਤਾਂ ਕਾਰਜ ਬੜੀ ਆਸਾਨੀ ਨਾਲ ਹੋ ਜਾਏਗਾ। ਬੜੇ ਆਦਰ ਨਾਲ ਸਾਰੇ ਸ਼ਹਿਰਾਂ ਨੂੰ ਮੰਨ ਲੈਣਗੇ। ਕਰਾਮਾਤ ਸਹਿਤ ਉਹ ਦੀਨ ਵਿੱਚ ਆ ਜਾਣਗੇ। ਸਾਰੇ ਜਗਤ ਵਿੱਚ ਸ਼ਰ੍ਹਾ ਬਹੁਤ ਮਜ਼ਬੂਤ ਹੋ ਜਾਏਗੀ। ਐਸੀ ਸਲਾਹ ਦੀ ਸਾਰਿਆਂ ਨੇ ਬੜੀ ਸ਼ਲਾਘਾ ਕੀਤੀ। ਜੜ ਹੀ ਪੁੱਟੀ ਜਾਏਗੀ, ਇਹ ਉਹ ਜਾਣਦੇ ਨਹੀਂ ਸਨ। ਜਿਸ ਤਰ੍ਹਾਂ ਤੁਰਕਾਂ ਦਾ ਤੇਜ ਨਾਸ਼ ਹੋ ਜਾਏਗਾ, ਉਹ ਮਨ ਵਿੱਚ ਹੰਕਾਰ ਧਾਰ ਕੇ ਦ੍ਰਿੜ ਕਰ ਰਹੇ ਸਨ। ਸਾਰਿਆਂ ਨੇ ਸਲਾਹ ਠਹਿਰਾਈ, ਗੁਰੂ ਜੀ ਨੂੰ ਬੁਲਾਓ। ਉਸ ਤਰ੍ਹਾਂ ਆਉਣਗੇ ਜਿਵੇਂ ਸ਼੍ਰੀ ਰਾਮ ਰਾਏ ਆਏ ਸਨ। ਪਹਿਲੇ ਜਿਹੜੇ ਗੁਰੂ ਜੀ ਸਨ ਉਹ ਸਮਾ ਗਏ ਹਨ। ਹੁਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਦੱਸਦੇ ਹਨ। ਦੋ ਅਹਿਦੀਆਂ ਨੂੰ ਤੁਰੰਤ ਬੁਲਾਇਆ ਤੇ ਉਹਨਾਂ ਪ੍ਰਤ ਹੁਕਮ ਕਹਿ ਕੇ ਸਮਝਾਇਆ। ਬ੍ਰਾਹਮਣਾਂ ਪਾਸੋਂ ਗੁਰੂ ਜੀ ਦੇ ਨਿਵਾਸ ਸਥਾਨ ਬਾਰੇ ਪੁੱਛੋ। ਉਹਨਾਂ ਦਾ ਨਾਮ ਸ਼੍ਰੀ ਤੇਗ ਬਹਾਦਰ ਸੋਢੀ ਹੈ। ਜਾ ਕੇ ਬੁਲਾਓ ਤੇ ਇੱਧਰ ਨੂੰ ਲਿਆਓ। ਆਉਣਗੇ ਕਿ ਨਹੀਂ, ਇਸ ਭੇਦ ਨੂੰ ਪਾਓ। ਜਾ ਕੇ ਕਹੋ, ਆ ਕੇ ਕਰਾਮਾਤ ਵਿਖਾਉਣ ਜਾਂ ਸਾਡੀ ਅਧੀਨਤਾ ਧਾਰਨ ਕਰਨ। ਅਹਿਦੀਆਂ ਨੇ ਹੁਕਮ ਸੁਣ ਕੇ ਤਿਆਰੀ ਕਰ ਦਿੱਤੀ। ਉਹਨਾਂ ਦੇ ਨਿਵਾਸ ਸਥਾਨ ਦਾ ਨਾਮ ਸ਼੍ਰੀ ਅਨੰਦਪੁਰ ਸਾਹਿਬ ਹੈ। ਬ੍ਰਾਹਮਣਾਂ ਨੇ ਉਚਾਰਨ ਕੀਤਾ। ਸੁਣ ਕੇ ਦਿੱਲੀ ਤੋਂ ਬਾਹਰ ਹੋ ਗਏ ਤੇ ਗੁਰੂ ਜੀ ਵੱਲ ਮੂੰਹ ਕਰਕੇ
ਉਸ ਪਾਸੇ ਚੱਲ ਪਏ। ਤੁਰਕ ਨੌਰੰਗਾ ਵੱਡੀ ਮਾੜੀ ਮੱਤ ਵਾਲਾ ਸੀ, ਸੰਤਾਂ, ਪੀਰਾਂ ਅਤੇ ਗੁਰੂਆਂ ਦਾ ਵਿਰੋਧੀ ਸੀ। ਸੋ ਸਾਧ ਸੰਗਤ ਜੀ, ਇੱਥੇ 12ਵੀਂ ਰਾਸ ਦਾ 29ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।